जगद दुख निकंदन। गुरु अमरदास हृदय नित ध्यान। गुर हृदय नित ध्यान। श्री गुरु रामदास गुण गावो। गुरु अर्जुन विघ्नन के नाशक। विघ्न के नाशक। श्री हरगोबिंद शुभ सुमत प्रकाशक। श्री हर राय नमो। कर जोरी नमो कर जोरी। श्री हर कृष्ण मनाओ बहोरी। गुर तेग बहादुर परम कृपाला। सतगुर परम कृपाला। श्री गुरु गोबिंद सिंह विसाला। तरो तरा तर पुन पुन सीसा। वाहिगुरु पुन पुन सीसा। बंदो बार बार जगदीसा। एक अंकारा सतगुरु तेह प्रसाद सच होए। वाहिगुरु जी की फतेह। बिघ्न विनाशन सोए। गुर का शब्द कमाए जिन। जीते पंच विकार। तिन संतन को बंदना। सिर चरणन पर तार। कहाँ बुद्ध प्रभु तुच्छ हमारी। बरन सकै महिमा जो तिहारी। हम ना सकत कर सिफत तुम्हारी। आप लिहो तुम कथा सुधारी। सतनाम श्री वाहिगुरु साहिब जी। छपैया अमर अलब कर जाहे। समर जय पावह अर हर। हर नित लाभ है ध्यान। ज्ञान पाप है मन और तर। वाहिगुरु जी का खालसा। वाहिगुरु जी की फतेह। धन धन गुरु गरीब निवाज सच्चे पातशाह। शब्दावतार कलयुग दे जहाज आदि श्री गुरु ग्रंथ साहिब महाराज सच्चे पातशाह जी दी पावन पवित्र निघी गोद का आनंद मान रही गुरु का खास रूप गुरु सवारी गुरु खालसा साध संगत जी। आप जी दे वड्डे भागन जो गुरबाणी दे रस भिन्ने कीर्तन सरवण कीते ने। उपरंत गुरु दरबार की मर्यादा के अनुसार श्री गुर प्रताप सूरज ग्रंथ जी की कथा 10 पातशाहियां का पावन पवित्र इतिहास सरवण करन दे लई दरबार च एकत्रित होए हो। सच्चे पातशाह धन श्री गुरु अंगद देव महाराज जी का इतिहास प्रारंभ होना है। उस तो पहला 10 पातशाहियां दे पावन पवित्र मंगल चल रहे ने। जिस मंगल नूं सुनन दे नाल मन दी मैल कट्टी जाती है। हिरदे दे अंदर वाहिगुरु शब्द दा वासा हुंदा है। सतसंगत दे अंदर बैराग भगती शुभ गुण इत्यादि हिरदे च आके वसदे ने। ਉਹ सच्चे पातशाह का पावन पवित्र मंगल कल गुरु नानक देव महाराज जी का सच्चे पातशाह गुरु अंगद देव पातशाह का आप जी ने मंगल सरवण किया है। आओ मनचित बिरतियां एकाग्र करके हुण जगत पिता धन धन श्री गुरु अमरदास महाराज जी का चरना का ध्यान धर के उन्हां दा मंगल सरवण करिए ते गुरु नूं बेनती करिए। पातशाह जिस तरह आप जी ने 72 साल तो लैके 94 साल की उम्र तक श्री गुरु अंगद देव महाराज जी की एक पैर खड़े हो के
ਰਾਤ ਦਿਨ ਇਕਾਗਰ ਚਿਤ ਹੋ ਕੇ ਸੇਵਾ ਕੀਤੀ ਹੈ, ਉਸ ਦਾ ਤਿਲ ਮਾਤਰ ਭਾਵ, ਤਿਲ ਮਾਤਰ ਉਹਦਾ ਉਦਮ ਸਾਨੂੰ ਵੀ ਬਖਸ਼ਿਸ਼ ਕਰੋ। ਸਾਡੇ ਵੀ ਹਿਰਦੇ ਦੇ ਅੰਦਰ ਉਹ ਸੇਵਾ ਦੀ ਝੜੀ ਲਾਓ, ਸਾਡੇ ਵੀ ਹਿਰਦੇ ਦੇ ਅੰਦਰ ਪ੍ਰਕਾਸ਼ ਕਰੋ। ਅਸੀਂ ਆਪ ਜੀ ਦੇ ਚਰਨਾਂ ਦੀ ਛੋਹ ਲੈ ਕੇ ਗੁਰੂ ਘਰ ਦੇ ਅੰਦਰ ਇਕਾਗਰ ਚਿਤ ਹੋ ਕੇ ਸੇਵਾ ਕਰ ਸਕੀਏ, ਕਿਉਂਕਿ ਸੇਵਾ ਤੋਂ ਉੱਤੇ ਗੁਰੂ ਘਰ ਦੇ ਅੰਦਰ ਹੋਰ ਕਿਸੇ ਵੀ ਵਸਤੂ ਨੂੰ ਥਾਂ ਨਹੀਂ। ਜੋ ਵੀ ਗੁਰੂ ਦੀ ਸੇਵਾ ਕਰਦਾ ਹੈ ਉਸ ਨੂੰ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਾਂ, ਉਹਦੇ ਪਿੱਛੇ ਨਵ ਨਿਧੀਆਂ 18 ਸਿੱਧੀਆਂ ਲੱਗ ਜਾਂਦੀਆਂ ਨੇ। ਜੋ ਇਕਾਗਰ ਚਿੱਤ ਹੋ ਕੇ ਗੁਰੂ ਦਾ ਸ਼ਬਦ ਜਪਦੇ ਹੋਏ ਗੁਰੂ ਦੀ ਸੇਵਾ ਕਰਦਾ ਹੈ। ਆਓ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਮੰਗਲ ਸਰਵਣ ਕਰੀਏ। ਆਖਣਾ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖਣਾ ਕਰੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਛਪਈਆ ਅਮਰ ਅਲਬ ਕਰ ਜਾਹੇ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਮਰਦਾਸ ਜੀ ਸੇਵਾ ਤੇ ਬਾਣੀ ਦੇ ਪੁੰਜ। ਗੁਰੂ ਅਮਰਦਾਸ ਮਹਾਰਾਜ ਜੀ ਦੀ ਉਹ ਸ਼ਖਸੀਅਤ ਹੈ ਕਿ ਧਰਤੀ ਤੇ ਜਿੰਨੇ ਵੀ ਅਵਤਾਰ ਹੋਏ ਨੇ ਉਹ ਪਾਤਸ਼ਾਹ ਦੀ ਉਸਤਤ ਕਰਕੇ ਅਵਤਾਰ ਵੀ ਆਪਣੇ ਆਪ ਨੂੰ ਧੰਨ ਮੰਨਦੇ ਨੇ। ਪਾਤਸ਼ਾਹ ਦੀ ਉਸਤਤ ਦੇ ਅੰਦਰ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿ ਰਹੇ ਨੇ ਕਿ ਦੇਵਤੇ ਆਪ ਜੀ ਦਾ ਅਲੰਬ ਲੈਂਦੇ ਨੇ, ਆਸਰਾ ਲੈਂਦੇ ਨੇ। 33 ਕਰੋੜ ਦੇਵੀ ਦੇਵਤੇ ਮੰਨੇ ਗਏ ਨੇ ਸਨਾਤਨ ਗ੍ਰੰਥਾਂ ਦੇ ਅੰਦਰ। 33 ਕਰੋੜ ਦੇਵੀ ਦੇਵਤੇ ਤੁਹਾਡਾ ਆਸਰਾ ਲੈਂਦੇ ਨੇ। ਸਮਰਜ ਪਾਪ ਹੈ ਅਰ ਹਰ। ਉਹ ਆਪ ਜੀ ਦਾ ਆਸਰਾ ਲੈ ਕੇ ਤੁਹਾਡੀ ਭਗਤੀ ਦਾ ਕੁਝ ਅੰਸ਼ ਲੈ ਕੇ ਆਪਣੇ ਨੂੰ ਸਕੂਨ ਮਹਿਸੂਸ ਕਰਦੇ ਨੇ। ਆਪਣੇ ਜੀਵਨ ਦੇ ਅੰਦਰੋਂ ਦੈਂਤਾਂ ਦਾ, ਬੁਰਾਈਆਂ ਦਾ ਨਾਸ਼ ਹੋਣ ਦੀ ਪ੍ਰਤਿਭਾ ਸਮਝਦੇ ਨੇ ਤੁਹਾਡੀ ਭਗਤੀ ਨੂੰ। ਹਰ ਨਿਤ ਲਾਭ ਹੈ ਧਿਆਨ। ਤੇ ਸ਼ਿਵ ਜੀ ਨੇ, ਜਿਨ੍ਹਾਂ ਨੂੰ ਸ਼ੰਭੂ ਕਿਹਾ ਜਾਂਦਾ ਹੈ, ਉਹ ਵੀ ਸਤਿਕਾਰਯੋਗ ਦੇਵਤੇ, ਤ੍ਰੈ ਦੇਵਤਿਆਂ ਦੇ ਉੱਤੋਂ ਮੁੱਖ ਦੇਵਤੇ ਨੇ ਸ਼ਿਵ ਜੀ, ਉਹ ਵੀ ਤੁਹਾਡਾ ਧਿਆਨ ਧਰਦੇ ਨੇ। ਗਿਆਨ ਪਾਵਹਿ ਮਨ ਉਰ ਧਰ। ਜਿਹੜੇ ਗਿਆਨ ਦੇ ਇੱਛੁਕ ਨੇ, ਗਿਆਨ ਪ੍ਰਾਪਤ ਕਰਨਾ ਚਾਹੁੰਦੇ ਨੇ ਗੁਰੂ ਕੇ ਪਿਆਰੇ ਸਿੱਖ, ਉਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਧਿਆਨ ਧਰਦੇ ਨੇ। ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਧਿਆਨ ਧਰ ਕੇ ਹਿਰਦੇ ਦੇ ਅੰਦਰੋਂ ਮਨ ਜਨ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਜਿਹੜੇ ਤੁਹਾਨੂੰ ਹਿਰਦੇ 'ਚ ਧਾਰਦੇ ਨੇ। ਤਰਨ ਭਜਨ ਬਿਦਤਾਏ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜਪਣ ਦੇ ਨਾਲ ਧਰਨ ਭਜਨ, ਧਰਤੀ ਦੇ ਉੱਤੇ ਜਿਹੜਾ ਵੀ ਉਹਨਾਂ ਦਾ ਭਜਨ ਕਰਦਾ ਹੈ, ਬਿਦਤਾਏ, ਉਹਦਾ ਪ੍ਰਤਾਪ ਹੋ ਜਾਂਦਾ ਹੈ। ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਧੰਨ ਕਹਿੰਦਾ ਹੈ, ਜਿਨ੍ਹਾਂ ਦਾ ਗੋਇੰਦਵਾਲਪੁਰੀ ਵਸਾਈ ਜਿਨ੍ਹਾਂ ਨੇ, ਸਭਿਨ ਮੈਂ ਵਿਆਪਿਓ ਸੰਸਰ, ਉਹ ਗੁਰੂ ਅਮਰਦਾਸ ਜੀ ਬ੍ਰਹਮ ਰੂਪ ਹੋ ਕੇ ਸਾਰੇ ਸੰਸਾਰ ਦੇ ਅੰਦਰ ਪਸਰ ਰਹੇ ਨੇ। ਸ਼ਰਨ ਦਾਸ ਗਤ ਲਹਤ। ਜਿਹੜੇ ਵੀ ਉਹਨਾਂ ਦੇ ਦਾਸ ਬਣ ਜਾਂਦੇ ਨੇ, ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਲੈ ਲੈਂਦੇ ਨੇ। ਭੱਟਾਂ ਨੇ ਆਪਣੇ ਸਵਈਆਂ ਦੇ ਅੰਦਰ ਇੱਕ ਬਹੁਤ ਸੁੰਦਰ ਸਵਈਆ ਲਿਖਿਆ। ਭੱਟਾਂ ਨੇ ਲਿਖਿਆ, ਚਰਨ ਤਾਂ ਪਰ ਸਕਯਥ, ਚਰਨ ਗੁਰੂ ਅਮਰ ਪਵਲ ਰਹਿ। ਉਹ ਚਰਨ ਸਕਯਥ ਨੇ ਜਿਹੜੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਗਰੀ ਗੋਇੰਦਵਾਲ ਸਾਹਿਬ ਜਾ ਕੇ ਆਉਂਦੇ ਨੇ। ਹੱਥ ਤਾਂ ਪਰ ਸਕਯਥ, ਹੱਥ ਲਗਹਿ ਗੁਰੂ ਅਮਰ ਪੈ। ਉਹ ਹੱਥ ਵੀ ਧਨ ਨੇ ਜਿਹੜੇ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਦੇ ਚਰਨਾਂ ਨੂੰ ਛੂੰਹਦੇ ਨੇ। ਜਿਹੀ ਤਾਂ ਪਰ ਸਕਯਥ, ਜਿਹੀ ਗੁਰੂ ਅਮਰ ਪਣੀਜੈ। ਉਹ ਜੀਵ ਵੀ ਧਨ ਹੈ, ਜਿਹੜੀ ਜੀਵ ਕਹਿੰਦੀ ਹੈ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਸਕਯਥ, ਸੱਚੇ ਪਾਤਸ਼ਾਹ ਕਹਿੰਦੇ ਸ਼ਰਵਣ ਤਾਂ ਪਰ ਸਕਯਥ, ਸ਼ਰਵਣ ਗੁਰੂ ਅਮਰ ਸੁਣੀਜੈ। ਉਹ ਨੇਤਰ ਵੀ, ਸਰਵਣ ਵੀ ਧੰਨ ਨੇ ਜਿਹੜੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਸ ਸੁਣਦੇ ਨੇ। ਸਕਯਥ ਸੋ ਨੈਣ, ਉਹ ਨੈਣ
ਤਾਂ ਪਰ ਸਕਿਆਥ, ਉਹ ਨੇਤਰ ਵੀ ਤਾਂ ਸਕਾਰਥੇ ਨੇ, ਸਫਲੇ ਨੇ। ਨੈਣ ਗੁਰੂ ਅਮਰ ਪਖੀਜੈ, ਜਿਹੜੇ ਨੈਣ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਦੇ ਨੇ, ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਨੇ, ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਧਿਆਨ ਹਿਰਦੇ 'ਚ ਧਰਦੇ ਨੇ। ਸਕਿਆਥ ਸੋ ਹੀਓ ਜਿਤ ਹੀਐ ਬਸੈ, ਗੁਰ ਅਮਰਦਾਸ ਨਿਜ ਜਗਤ ਪਿਤ। ਉਹ ਹਿਰਦਾ ਵੀ ਧਨ ਹੈ ਜਿਸ ਹਿਰਦੇ ਦੇ ਅੰਦਰ ਪਰਮਾਤਮਾ ਕਿਰਪਾ ਕਰਕੇ ਗੁਰੂ ਅਮਰਦਾਸ ਜੀ ਦਾ ਵਾਸਾ ਕਰ ਦਿੰਦਾ। ਸਕਿਆਥ ਸੋ ਸਿਰ ਜਾਲਪ ਭਣੈ, ਜੋ ਸਿਰ ਨਿਵੈ ਗੁਰੂ ਅਮਰਦਾਸ ਨਿਤ। ਕਹਿੰਦੇ ਉਹ ਸਿਰ ਵੀ ਧਨਤਾ ਦੇ ਯੋਗ ਹੈ ਜਿਹੜਾ ਦਰਬਾਰ ਦੇ ਅੰਦਰ ਆ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕ ਜਾਂਦਾ ਹੈ। ਭੱਟਾਂ ਨੇ ਮਹਾਰਾਜ ਜੀ ਦੀ ਉਸਤਤ ਦੇ ਅੰਦਰ ਬਹੁਤ ਸੁੰਦਰ ਬਚਨ ਲਿਖੇ ਨੇ। ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਹੀ ਬਹੁਤ ਵਿਰਾਗਮਈ ਹੈ। ਸੇਵਾ ਦੇ ਪੁੰਜ ਪਾਤਸ਼ਾਹ ਜਿਹੜੇ ਨੇ, ਉਹਨਾਂ ਦੀ ਜੋ ਭਗਤੀ ਕਰਦਾ ਹੈ ਉਹਦਾ ਜਸ ਧਰਤੀ ਦੇ ਉੱਤੇ ਵੱਧਦਾ ਹੈ। ਦਹਤ ਦੁਖ ਦੋਖਨ ਕੋ ਦਰ, ਸ਼ਰਨ ਲੈਂਦੇ ਨੇ ਦਾਸ ਉਹਨਾਂ ਦੀ ਗਤੀ ਹੋ ਜਾਂਦੀ ਹੈ। ਦਹਿਤ ਦੁੱਖ ਦੋਖਨ ਕੋ ਦਰ, ਦੇਰ, ਜਿਹੜੇ ਪਾਪ ਨੇ ਉਹ ਦੂਰ ਹੋ ਜਾਂਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਕੇ। ਜਿਹੜਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਉਹਦੇ ਸਾਰੇ ਹੀ ਪਾਪ ਦੂਰ ਹੋ ਜਾਂਦੇ ਨੇ। ਦਰ ਦੇਤ ਬਤਾਏ ਸੋ ਮੁਕਤ ਕੋ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮੁਕਤੀ ਦੇ ਦਰ ਦਾ ਰਸਤਾ ਦੱਸਦੇ ਨੇ। ਆਓ ਪ੍ਰੇਮ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਧੰਨ ਕਹੀਏ। ਧੰਨ 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 ਗੁਰੂ ਅਮਰਦਾਸ ਜੀ, ਧੰਨ 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 ਗੁਰੂ ਅਮਰਦਾਸ ਜੀ। ਧੰਨ ਧੰਨ ਗੁਰੂ ਅਮਰਦਾਸ ਜੀ, ਧੰਨ 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 ਗੁਰੂ ਅਮਰਦਾਸ ਜੀ। ਧੰਨ 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 ਗੁਰੂ ਅਮਰਦਾਸ ਜੀ, ਧੰਨ 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 ਗੁਰੂ ਅਮਰਦਾਸ ਜੀ। ਧੰਨ ਧੰਨ ਗੁਰੂ ਅਮਰਦਾਸ ਜੀ, ਧੰਨ 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 ਗੁਰੂ ਅਮਰਦਾਸ ਜੀ। ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜੋ ਧੰਨ ਕਹਿੰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਨੂੰ ਵੀ ਧਰਤੀ ਦੇ ਧੰਨ ਬਣਾ ਦਿੰਦੇ ਨੇ। ਉਹਨਾਂ ਨੂੰ ਵੀ ਚਾਰੇ ਪਦਾਰਥ ਦੇ ਦਿੰਦੇ ਨੇ, ਅਰਥ, ਕਾਮ, ਮੋਕਸ਼ ਤੇ ਭਗਤੀ। ਉਸ ਨੂੰ ਚਾਰੇ ਪਦਾਰਥ ਮਿਲ ਜਾਂਦੇ ਨੇ ਜੋ ਗੁਰੂ ਅਮਰਦਾਸ ਜੀ ਦਾ ਜਸ ਗਾਉਂਦਾ ਹੈ। ਹੋਏ ਪ੍ਰਸੀਦਤ ਚਿਤ ਸਿਮਰ, ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਸਿਮਰਨ ਕਰਨ ਦੇ ਨਾਲ ਚਿੱਤ ਪ੍ਰਸੰਨ ਹੋ ਜਾਂਦਾ ਹੈ, ਹਿਰਦਾ ਇਕਾਗਰ ਹੋ ਜਾਂਦਾ ਹੈ, ਭਗਤੀ ਵੱਲ ਮਨ ਹੋਰ ਹੋੜਦਾ ਹੈ। ਮਰ ਜਨਮਨ ਕੋ ਸੰਕਟ ਕਟਤ, ਜਨਮ ਮਰਨ ਦਾ ਭਾਰੀ ਸੰਕਟ ਕੱਟਿਆ ਜਾਂਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਸਤਤ ਰਸਨਾ ਤੋਂ ਕਰਕੇ, ਸ਼ਰਵਣਾ ਤੋਂ ਸੁਣ ਕੇ, ਦਰਸ਼ਨ ਕਰਕੇ। ਜੈ 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 ਸ੍ਰੀ ਗੁਰ ਅਮਰ। ਧੰਨ ਹੋਵੇ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ। ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ। ਤੁਹਾਡੀ ਸਦਾ ਹੀ ਜੈਕਾਰ ਹੋਵੇ ਸੱਚੇ ਪਾਤਸ਼ਾਹ। ਸਵਾਈਆ ਹਰ ਤਾਬੇ ਗਨਾਨ ਮਹਾ ਅਗ ਕੋ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਅਦ ਚੌਥੇ ਪਾਤਸ਼ਾਹ ਦਾ ਮੰਗਲ ਕਰਦੇ ਨੇ। ਅਸੀਂ ਸਾਰੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕੀਤੇ ਨੇ, ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਦੇ ਦਰਸ਼ਨ ਕੀਤੇ ਨੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸਾਨੂੰ ਸ਼ਰਵਣ ਬਚਨਾਂ ਦੇ ਨਾਲ, ਆਪਣੇ ਲਿਖਿਤ ਬਚਨਾਂ ਦੇ ਨਾਲ ਅੱਜ ਦਰਬਾਰ ਸਾਹਿਬ ਲੈ ਕੇ ਚੱਲੇ ਨੇ। ਕਿਉਂਕਿ ਦਰਸ਼ਨ ਵੀ ਖਾਲਸਾ ਜੀ ਕਈ ਤਰ੍ਹਾਂ ਦੇ ਨੇ। ਇੱਕ ਚਿੱਤਰ ਦਰਸ਼ਨ ਨੇ, ਤੁਸੀਂ ਆਪਣੇ ਮਾਤਾ ਪਿਤਾ ਦੀ ਫੋਟੋ ਮੋਬਾਈਲ ਤੇ ਦੇਖਦੇ ਹੋ, ਉਹ ਚਿੱਤਰ ਦਰਸ਼ਨ ਨੇ। ਅਸੀਂ ਆਪਣੇ ਮਾਤਾ ਪਿਤਾ ਦੇ ਦਰਸ਼ਨ ਕਰ ਲੈਂਦੇ ਹਾਂ, ਮਨ ਨੂੰ ਧਰਵਾਸ ਮਿਲਦਾ ਹੈ, ਆਸਰਾ ਮਿਲਦਾ ਹੈ। ਦੂਸਰੇ ਦਰਸ਼ਨ ਹੁੰਦੇ ਨੇ ਸਵਪਨ ਦਰਸ਼ਨ। ਅਸੀਂ ਰਾਤ ਸੁੱਤੇ ਪਏ ਹਾਂ, ਸਾਨੂੰ ਕੋਈ ਬਹੁਤ ਚੰਗਾ ਸੁਪਨਾ ਆਉਂਦਾ ਹੈ, ਭਲੇ ਬੰਦੇ ਦਾ ਖਿਆਲ ਆਉਂਦਾ ਹੈ, ਉਹ ਸਵਪਨ ਦਰਸ਼ਨ ਨੇ। ਤੀਸਰੇ ਦਰਸ਼ਨ ਨੇ ਸਰਵਣ ਦਰਸ਼ਨ। ਜਿਵੇਂ ਤੁਸੀਂ ਹੁਣੇ ਗੁਰੂ ਅਮਰਦਾਸ ਪਾਤਸ਼ਾਹ ਦੀ ਕਥਾ ਸੁਣ ਰਹੇ ਹੋ, ਤੁਹਾਨੂੰ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੋ ਰਹੇ ਨੇ, ਇਸ ਨੂੰ ਸਰਵਣ ਦਰਸ਼ਨ ਕਹਿੰਦੇ ਨੇ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚੌਥੇ ਨੇ ਪ੍ਰਤੱਖ ਦਰਸ਼ਨ। ਬਈ ਗੁਰੂ ਸਾਹਿਬ ਮਹਾਰਾਜ ਭਗਤੀ 'ਚ ਇੰਨਾ ਸੰਪੰਨ ਕਰ ਦੇਣ ਸਿੱਖ ਨੂੰ, ਕਿਰਪਾ ਭਰਿਆ ਹੱਥ ਰੱਖ ਦੇਣ ਕਿ ਸਿੱਖ ਦੇ ਸਾਹਮਣੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਖੜੇ ਹੋ ਜਾਣ, ਬੋਲ ਸਿੱਖਾ ਕੀ ਮੰਗਦਾ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਕੋਲ ਬੀਠੁਲ ਭਗਵਾਨ ਸਾਹਮਣੇ ਖੜੇ ਹੋ ਗਏ, ਬਈ ਦੱਸੋ ਕੀ ਮੰਗਦੇ ਹੋ। ਭਗਵਾਨ
ਕ੍ਰਿਸ਼ਨ ਜੀ ਸੁਦਾਮਾ ਜੀ ਦੇ ਕੋਲ ਬਾਹਰ ਦਿਵਾਰੇ ਤੇ ਆ ਗਏ। ਛੱਡ ਸਿੰਘਾਸਨ ਹਰ ਜੀ ਆਏ, ਦੂਰੋਂ ਦੇਖ ਡੰਡੌਤ ਕਰ, ਛੱਡ ਸਿੰਘਾਸਨ ਹਰ ਜੀ ਆਏ। ਭਗਵਾਨ ਕ੍ਰਿਸ਼ਨ ਸੁਦਾਮਾ ਨੂੰ ਲੈਣ ਦੁਆਰੇ ਤੇ ਆ ਗਏ, ਸਾਹਮਣੇ ਆ ਗਏ, ਪ੍ਰਤੱਖ ਦਰਸ਼ਨ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਦਰਸ਼ਨ ਦੇਣ ਦੇ ਉੱਤੇ ਆਏ, ਭਾਈ ਨੰਦ ਲਾਲ ਜੀ ਨੂੰ ਪ੍ਰਤੱਖ ਦਰਸ਼ਨ ਦਿੱਤੇ। ਸੋ ਉਸ ਨੂੰ ਵੀ ਦਰਸ਼ਨ ਕਿਹਾ ਜਾਂਦਾ। ਸੋ ਹੁਣ ਜਿਹੜੇ ਦਰਸ਼ਨ ਸਾਨੂੰ ਕਵੀ ਜੀ ਕਰਵਾ ਰਹੇ ਨੇ, ਇਹ ਸਰਵਣ ਦਰਸ਼ਨ ਨੇ। ਅਸੀਂ ਬੈਠੇ ਸਕਾਰਬਰੋ ਆ, ਪਰ ਸਾਨੂੰ ਲੈ ਕੇ ਜਾ ਰਹੇ ਨੇ ਅੰਮ੍ਰਿਤਸਰ ਦੀ ਧਰਤੀ ਤੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਰਾਮਦਾਸ ਜੀ ਦੀ ਉਸਤਤ ਕਰ ਰਹੇ ਨੇ। ਪਹਿਲਾ ਬਚਨ ਕੀ ਲਿਖਦੇ ਨੇ, ਪੰਕਤੀ ਦੁਬਾਰਾ ਪੜੋ ਜੀ। ਹਰ ਤਾ ਬਿਗਨਾਨ ਮਹਾ ਅਗ ਕੋ, ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਹਰਤਾ ਬਿਗਨਾ, ਬਹੁਤ ਵੱਡੇ ਕੋਈ ਪਾਪ ਕਰ ਬੈਠੇ ਨਾ ਜ਼ਿੰਦਗੀ ਦੇ ਅੰਦਰ, ਕੋਈ ਬਹੁਤ ਘਾਤਕ ਪਾਪ ਹੋ ਜਾਣ ਜਿਹਦੀ ਮਾਫੀ ਨਾ ਮਿਲਦੀ ਹੋਵੇ, ਉਹ ਗੁਰੂ ਰਾਮਦਾਸ ਮਹਾਰਾਜ ਬਖਸ਼ਵਾ ਸਕਦੇ ਨੇ। ਬੀਬੀ ਰਜਨੀ ਸੀ, ਉਸ ਦਾ ਘਰ ਵਾਲੇ ਨੂੰ ਕੋੜ ਪੈ ਗਿਆ ਸੀਗਾ, ਪੂਰੇ ਸਰੀਰ ਦੇ ਉੱਤੇ ਕੋੜ ਪੈ ਗਿਆ ਸੀ। ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਗਏ। ਅੰਮ੍ਰਿਤਸਰ ਦੇ ਅੰਦਰ ਕੋੜੀ ਨੂੰ ਛੱਪੜ ਦੇ ਕੋਲ ਛੱਡ ਕੇ ਦਰਖਤ ਦੇ ਹੇਠਾਂ ਬੀਬੀ ਰਜਨੀ ਭੀਖ ਮੰਗਣ ਚਲੀ ਗਈ ਵੀ ਰਾਤ ਨੂੰ ਕੁਝ ਖਾਵਾਂਗੇ। ਦੋਨੋਂ ਦੰਪਤੀ, ਆਦਮੀ ਜਨਾਨੀ, ਰਾਤ ਨੂੰ ਕੁਝ ਖਾਵਾਂਗੇ ਮੰਗਣ ਚਲੀ ਗਈ ਬੀਬੀ ਰਜਨੀ, ਆਦਮੀ ਨੂੰ ਬਿਠਾ ਕੇ, ਪੂਰੇ ਸਰੀਰ ਤੇ ਕੋੜ ਹੈ। ਪਰ ਜਦੋਂ ਛੱਡ ਕੇ ਗਏ ਤੇ ਉਹਦੇ ਘਰ ਵਾਲੇ ਨੇ ਕੀ ਦੇਖਿਆ ਬਈ ਛੱਪੜੀ ਦੇ ਅੰਦਰ ਕਊਏ ਨਿਕਲਦੇ ਨੇ ਇੱਕ ਪਾਸੋਂ, ਤੇ ਦੂਜੇ ਪਾਸੇ ਹੰਸ ਹੋ ਕੇ ਨਿਕਲ ਰਹੇ ਨੇ ਬਾਹਰ ਛੱਪੜੀ 'ਚ ਨਹਾ ਕੇ। ਕੋਈ ਤਾਕਤ ਹੈ ਇਸ ਛੱਪੜੀ ਦੇ ਅੰਦਰ, ਇਸ ਜਲ ਦੇ ਅੰਦਰ ਕੋਈ ਤਾਕਤ ਹੈ। ਬੀਬੀ ਰਜਨੀ ਦੇ ਘਰ ਵਾਲੇ ਨੇ ਆਪਣੀ ਇੱਕ ਉਂਗਲ ਬਾਹਰ ਰੱਖੀ ਤੇ ਘਿਸੜਦਾ ਹੋਇਆ ਗੋਡਿਆਂ ਦੇ ਸਾਰੇ, ਕੋਹਣੀਆਂ ਦੇ ਸਾਰੇ, ਢਿੱਡ ਦੇ ਨਾਲ ਰੇਂਗਦਾ ਹੋਇਆ ਉਸ ਛੱਪੜੀ ਦੇ ਕੋਲ ਪਹੁੰਚ ਗਿਆ ਤੇ ਅਰਦਾਸ ਕੀਤੀ, ਪਰਮਾਤਮਾ ਤੂੰ ਕਊਆਂ ਨੂੰ ਹੰਸ ਬਣਾਉਣ ਵਾਲਾ ਹੈ, ਮੈਂ ਵੀ ਇੱਕ ਕੋਹੜੀ ਆ, ਇਨਸਾਨ ਆ, ਮੇਰਾ ਵੀ ਕੋੜ ਦੂਰ ਕਰ ਦੇ। ਸ਼ਰਧਾ ਦਿਖਾਈ, ਕੋਈ ਪਾਠ ਨਹੀਂ ਕੀਤਾ ਉੱਥੇ, ਪਰਮਾਤਮਾ ਤੇ ਸ਼ਰਧਾ ਦਿਖਾਈ। ਜਦੋਂ ਸੱਚੇ ਪਾਤਸ਼ਾਹ ਤੇ ਸ਼ਰਧਾ ਦਿਖਾਈ ਤੇ ਉਹ ਕੋੜੀ ਨੇ ਆਪਣੀ ਇੱਕ ਉਂਗਲ ਬਾਹਰ ਰੱਖ ਕੇ ਪੂਰਾ ਸਰੀਰ ਅੰਦਰ ਡਬੋਇਆ, ਤੇ ਸਰੀਰ ਜਦੋਂ ਡਬੋ ਕੇ ਨਹਾ ਕੇ ਬਾਹਰ ਨਿਕਲਿਆ ਤੇ ਸਰੀਰ ਦਾ ਸਾਰਾ ਕੋੜ ਦੂਰ ਹੋ ਗਿਆ। ਤੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ, ਕਹਿੰਦੇ ਕਰੋੜਾਂ ਪਾਪ ਕੀਤੇ ਹੋਣ ਪਰ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਕੇ ਛੱਪੜੀ ਦੇ ਅੰਦਰ ਸਰੋਵਰ, ਪਾਤਸ਼ਾਹ ਦੇ ਸਰੋਵਰ ਵਿੱਚ ਇਸ਼ਨਾਨ ਕਰ ਲਏ ਤੇ ਕਰੋੜਾਂ ਹੀ ਪਾਪ ਨਾਸ਼ ਹੋ ਜਾਂਦੇ ਨੇ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਅੱਜ ਕਈ ਮੇਰੇ ਸ਼ੰਕਾਵਾਦੀ ਵੀਰ ਕਹਿੰਦੇ ਨੇ ਵੀ ਇੱਥੇ ਬਾਣੀ ਦੇ ਇਸ਼ਨਾਨ ਦੀ ਗੱਲ ਚੱਲ ਰਹੀ ਹੈ, ਦਰਬਾਰ ਸਾਹਿਬ ਅੰਮ੍ਰਿਤਸਰ ਦੇ ਇਸ਼ਨਾਨ ਦੀ ਗੱਲ ਨਹੀਂ ਚੱਲ ਰਹੀ। ਖਾਲਸਾ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਰਥ ਅਸੀਂ ਨਹੀਂ ਜਾਣ ਸਕਦੇ। ਗੁਰੂ ਗ੍ਰੰਥ ਸਾਹਿਬ ਦੇ ਅਰਥ ਬੇਅੰਤ ਨੇ, ਉਸ ਅਰਥ ਦੇ ਅੰਦਰ ਨਾਤੇ ਦੇ ਕਿੰਨੇ ਅਰਥ ਨੇ ਅਸੀਂ ਨਹੀਂ ਜਾਣ ਸਕਦੇ। ਉਹ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਹੈ ਜਾਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਤਾ ਹੈ, ਸਾਨੂੰ ਅਰਥਾਂ ਦਾ ਕੀ ਪਤਾ ਹੈ। ਪਰ ਆਪਣੀ ਤੁੱਛ ਬੁੱਧੀ ਅਨੁਸਾਰ ਅਰਥ ਹੈ ਜ਼ਰੂਰ ਬਣਦੇ ਨੇ ਬਈ ਸੱਚੇ ਪਾਤਸ਼ਾਹ ਜੀ ਦੇ ਸਰੋਵਰ ਦੇ ਅੰਦਰ, ਚਾਹੇ ਉਹ ਬਾਣੀ ਦਾ ਸਰੋਵਰ ਹੈ, ਚਾਹੇ ਪ੍ਰਤੱਖ ਸਥੂਲ ਰੂਪ ਦੇ ਅੰਦਰ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਹੈ, ਜੋ ਵੀ ਉੱਥੇ ਇਸ਼ਨਾਨ ਕਰੇਗਾ ਉਹਦੇ ਪਾਪ ਕੱਟੇ ਜਾਣਗੇ। ਸੋ ਬੀਬੀ ਰਜਨੀ ਦਾ ਘਰ ਵਾਲਾ ਅਰੋਗ ਹੋਇਆ, ਵਾਪਸ ਆਈ, ਆ ਕੇ ਆਪਣੇ ਪਤੀ ਨੂੰ ਦੇਖਿਆ, ਇੱਕ ਵਾਰੀ ਪਛਾਣਨ ਤੋਂ ਵੀ ਇਨਕਾਰ ਕੀਤਾ, ਪਰ ਉਸਨੇ ਕੋੜ ਵਾਲੀ ਉਂਗਲ ਦਿਖਾਈ ਤੇ ਉੱਥੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੀ ਬਚਨ ਹੈ ਕਿ ਉਹ ਫਿਰ ਬੀਬੀ ਰਜਨੀ ਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਤਰਨਤਾਰਨ ਸਾਹਿਬ ਗਏ। ਉੱਥੋਂ ਫਿਰ ਸ੍ਰੀ ਹਰਮੰਦਰ ਸਾਹਿਬ, ਜਿਸ ਨੂੰ ਅਸੀਂ ਗੋਲਡਨ ਟੈਂਪਲ ਦੇ ਨਾਮ ਨਾਲ ਜਾਣਦੇ ਹਾਂ, ਸ੍ਰੀ ਦਰਬਾਰ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ, ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਮ ਨਾਲ ਜਾਣਦੇ ਹਾਂ, ਉਹ ਪਾਵਨ ਪਵਿੱਤਰ ਸਥਾਨ ਦੇ ਉੱਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ 25 ਸਾਲਾਂ ਦੀ ਉਮਰ ਦੇ ਅੰਦਰ, ਜਦੋਂ ਪਾਤਸ਼ਾਹ ਦੀ ਉਮਰ 25 ਈਅਰ ਸੀਗੀ, ਉਸ ਉਮਰ ਦੇ ਅੰਦਰ ਉੱਥੇ ਹਰਮੰਦਰ ਸਾਹਿਬ ਦੀ ਰਚਨਾ ਕੀਤੀ, ਸਰੋਵਰ ਪੱਕਾ ਕਰਵਾਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਕਰਵਾਏ, ਤੇ ਉਹ ਵੀ ਦਿਹਾੜਾ ਸਤੰਬਰ ਦੇ ਅੰਦਰ ਆ ਰਿਹਾ ਜੋ ਅਸੀਂ ਮਨਾਉਣਾ ਹੈ। ਸੋ ਰਹੋ ਵਿਚਾਰ, ਗੁਰੂ ਰਾਮਦਾਸ ਮਹਾਰਾਜ ਕਰੋੜਾਂ ਹੀ ਪਾਪਾਂ ਨੂੰ ਨਾਸ਼ ਕਰਨ ਵਾਲੇ ਨੇ। ਔਰ ਆਤਮ ਗਿਆਨ ਪ੍ਰਕਾਸ਼ਿਤ ਜਿਉ ਹਰ, ਆਹਾ ਹਾ ਹਾ,
ਅੱਗੇ ਕਵੀਰਾਜ ਭਾਈ ਸੰਤੋਖ ਸਿੰਘ ਕੀ ਕਹਿੰਦੇ ਨੇ? ਕਹਿੰਦੇ ਨਾ ਕੇਵਲ ਬਾਹਰ ਦੇ ਪਾਪ ਨਾਸ਼ ਕਰਨ ਵਾਲੇ ਨੇ, ਪਰ ਹਿਰਦੇ ਦੇ ਅੰਦਰ ਅਧਿਆਤਮਕ ਗਿਆਨ ਦੇਣ ਵਾਲੇ ਵੀ ਨੇ। ਅਸਲੀ ਗੁਰੂ ਕੌਣ ਹੈ? ਜਿਹੜਾ ਸਾਨੂੰ ਨਾ ਕੇਵਲ ਬਾਹਰਲੇ ਚੰਗੇ ਰਸਤੇ ਤੇ ਪਾਵੇ, ਪਰ ਸਾਡੇ ਅੰਦਰ ਨੂੰ ਵੀ, ਮਨ ਨੂੰ ਵੀ ਟਿਕਾਵ ਦੇਵੇ। ਹੁਣ ਬਾਹਰੋਂ ਤੋਂ ਮੈਂ ਪਰਾਏ ਰੂਪ ਨੂੰ ਨਹੀਂ ਦੇਖ ਰਿਹਾ, ਪਰ ਮੇਰੇ ਮਨ ਦੇ ਅੰਦਰ ਬਾਰ-ਬਾਰ ਫੁਰਨਾ ਉੱਠਦਾ ਹੈ ਬਈ ਮੈਂ ਪਰਾਏ ਰੂਪ ਨੂੰ ਦੇਖਾਂ। ਉਹ ਪਰਾਏ ਰੂਪ ਨੂੰ ਨਾ ਦੇਖਾਂ, ਅੰਦਰੋਂ ਮੇਰੀ ਬਿਰਤੀ ਨੂੰ ਸ਼ਾਂਤ ਕਰਨਾ, ਉਹ ਵੀ ਗੁਰੂ ਰਾਮਦਾਸ ਜੀ ਦੇ ਹੱਥ ਹੈ। ਹਰ ਦੇਤ ਬਸਾਏ ਸੋ ਦਾਸਨ ਕੇ। ਦਾਸਾਂ ਦੇ ਹਿਰਦਿਆਂ ਦੇ ਅੰਦਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪਣਾ ਨਾਮ ਵਸਾ ਦਿੰਦੇ ਨੇ, ਆਪਣੀ ਕਿਰਪਾ ਕਰ ਦਿੰਦੇ ਨੇ। ਕਮਲਾਸਨ ਧਿਆਵਤ ਜਾਹੇ ਭਜੇ ਹਰ। 33 ਕਰੋੜ ਦੇਵੀ ਦੇਵਤਿਆਂ ਚੋਂ ਬ੍ਰਹਮਾ ਵੀ, ਜਿਨ੍ਹਾਂ ਨੂੰ ਕਮਲ ਦੇ ਫੁੱਲ ਦੇ ਉੱਤੇ ਬੈਠਦੇ ਨੇ, ਤੇ ਉਹਨਾਂ ਦਾ ਨਾਮ ਕਮਲਾਸਨ ਹੈ। ਸਨਾਤਨ ਗ੍ਰੰਥਾਂ ਦੇ ਅੰਦਰ ਇਹ ਲਿਖਿਆ ਹੋਇਆ, ਕਮਲ ਦੇ ਉੱਤੇ ਬੈਠਣ ਵਾਲੇ ਬ੍ਰਹਮਾ ਜੀ ਨੂੰ ਕਮਲਾਸਨ ਦਾ ਨਾਮ ਤੋਂ ਵੀ ਸੁਸ਼ੋਭਿਤ ਹੈ ਉਹਨਾਂ ਦਾ ਨਾਮ। ਤੇ ਕਮਲਾਸਨ ਬ੍ਰਹਮਾ ਜੀ ਵੀ ਧਿਆਨ ਧਰਦੇ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ। ਹਰ ਬੰਸ ਵੇਖੇ ਅਵਤਾਰ ਪਏ। ਸੱਚੇ ਪਾਤਸ਼ਾਹ ਜੀ ਦੇ ਪਿਤਾ ਦਾ ਨਾਮ ਕੀ ਹੈ? ਹਰਬੰਸ, ਹਰੀ ਮਹਾਰਾਜ ਜੀ ਦੇ ਪਿਤਾ ਦਾ ਨਾਮ ਹੈ। ਤੇ ਉਹ ਕਹਿੰਦੇ ਗੁਰੂ ਰਾਮਦਾਸ ਜੀ ਦਾ ਜਿਹੜਾ ਜਨਮ ਹੈ ਸੋਢੀ ਕੁਲ ਦੇ ਅੰਦਰ ਹੋਇਆ ਹੈ। ਹੱਥ ਰਾਵਣ ਕੋ ਲਿਆ ਸੰਗ ਚਮੂਹਰ। ਕਹਿੰਦੇ ਜਿਸ ਤਰ੍ਹਾਂ ਭਗਵਾਨ ਰਾਮ ਨੇ ਲੰਕਾ ਦੇ ਉੱਤੇ ਚੜ ਕੇ ਰਾਵਣ ਦਾ ਨਾਸ਼ ਕੀਤਾ, ਪਾਪ ਦਾ ਨਾਸ਼ ਕੀਤਾ, ਉਸੇ ਤਰ੍ਹਾਂ ਗੁਰੂ ਰਾਮ, ਜਿਹੜੇ ਰਾਮ ਜੀ ਹੋਏ ਉਹ ਤ੍ਰੇਤਾ ਅਵਤਾਰ ਹੋਏ, ਤ੍ਰੇਤੇ ਦੇ ਅੰਦਰ ਅਵਤਾਰ ਹੋਏ। ਉਸੇ ਤਰ੍ਹਾਂ ਹੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੁਸੀਂ ਕਲਯੁਗ ਦੇ ਅਵਤਾਰ ਹੋ। ਤੁਸੀਂ ਭਗਵਾਨ ਰਾਮ ਨੇ ਰਾਵਣ ਦਾ ਨਾਸ਼ ਕਰਕੇ ਪਾਪਾਂ ਦਾ ਨਾਸ਼ ਕੀਤਾ, ਤੁਸੀਂ ਸਿੱਖਾਂ ਦੇ ਹਿਰਦੇ ਦੇ ਅੰਦਰੋਂ ਵਿਕਾਰਾਂ ਦਾ ਨਾਸ਼ ਕਰਦੇ ਹੋ। ਇਸ ਨੂੰ ਕਹਿੰਦੇ ਨੇ ਤੁਲਨਾਤਮਕ ਅਲੰਕਾਰ, ਤੁਲਨਾ ਕਰਨੀ ਅਵਤਾਰਾਂ ਦੇ ਨਾਲ, ਗੁਰੂ ਪੀਰਾਂ ਦੀ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਤੁਲਨਾਤਮਕ ਅਲੰਕਾਰ ਦੇ ਨਾਲ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਉਸਤਤ ਕਰਦੇ ਨੇ। ਹਰਿਦਾਸ ਤਨ ਰਮਦਾਸ ਗੁਰੂ। ਹਰਦਾਸ ਉਹਨਾਂ ਦੇ ਪਿਤਾ ਜੀ ਦਾ ਨਾਮ ਹੈ, ਤਨੇ ਉਹਨਾਂ ਦੇ ਪੁੱਤਰ ਨੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਿਤਾ ਦਾ ਨਾਮ ਹਰਦਾਸ ਹੈ। ਮ੍ਰਿਗ ਮੋਹ ਸੰਗਾਰਤ ਜਿਉ ਵੱਡ ਕੇਹਰ। ਕੇਹਰ ਕਹਿੰਦੇ ਨੇ ਸ਼ੇਰ ਨੂੰ, ਮ੍ਰਿਗ ਕਹਿੰਦੇ ਨੇ ਹੀਰਣ ਨੂੰ। ਹੀਰਣ ਨੂੰ ਮੋਹ ਦੇ ਬਰਾਬਰ ਕਿਹਾ ਗਿਆ ਤੇ ਗੁਰੂ ਰਾਮਦਾਸ ਜੀ ਨੂੰ ਸ਼ੇਰ ਦੇ ਬਰਾਬਰ। ਇਹਨੂੰ ਕਹਿੰਦੇ ਨੇ ਰੂਪਕ ਅਲੰਕਾਰ, ਰੂਪ ਦੇ ਦੇਣਾ ਕਿਸੇ ਚੀਜ਼ ਨੂੰ। ਇਹ ਕਵੀਆਂ ਦੀ ਸੋਚ ਬਹੁਤ ਉੱਚੀ ਹੈ। ਜਿਵੇਂ ਅਸੀਂ ਆਮ ਸੁਣਦੇ ਹਾਂ, ਜਹਾਂ ਨਾ ਪਹੁੰਚਿਆ ਰਵੀ ਵਹਾਂ ਪਹੁੰਚਿਆ ਕਵੀ। ਰਵੀ ਦਾ ਅਰਥ ਹੁੰਦਾ ਸੂਰਜ। ਜਿੱਥੇ ਸੂਰਜ ਦੀ ਕਿਰਨ ਨਹੀਂ ਪਹੁੰਚਦੀ, ਕਵੀ ਦੀ ਸੋਚ ਉੱਥੇ ਪਹੁੰਚ ਜਾਂਦੀ ਹੈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਮੋਹ ਰੂਪੀ ਜਿਹੜਾ ਮੋਹ ਹੈ ਉਹ ਹਿਰਣ ਨੂੰ ਬੱਬਰ ਸ਼ੇਰ ਰੂਪੀ ਗੁਰੂ ਰਾਮਦਾਸ ਜੀ ਨੇ ਦਬਾ ਲਿਆ ਹੈ। ਕਬਿਤ ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇਤ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਉਸਤਤ ਕੀਤੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਉਸਤਤ ਦੇ ਅੰਦਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ 967 ਅੰਗ ਦੇ ਉੱਤੇ ਪਾਵਨ, 966 ਤੇ 967 ਅੰਗ ਦੇ ਉੱਤੇ ਪਾਵਨ ਪਵਿੱਤਰ ਬਾਣੀ ਹੈ। ਰਾਮ ਕਲੀ ਕੀ ਵਾਰ ਰਾਏ ਸੱਤੇ ਬਲਵੰਡ ਕੀ ਲਿਖੀ। ਉਹ ਪਾਵਨ ਪਵਿੱਤਰ ਬਾਣੀ ਦੀ 7ਵੀਂ ਪੌੜੀ ਅਸੀਂ ਸਾਰੇ ਪੜ੍ਹਦੇ ਹਾਂ, ਸੁਣਦੇ ਹਾਂ। ਧੰਨ ਧੰਨ ਰਾਮਦਾਸ ਗੁਰ ਜਿਨ ਸੇਰਿਆ ਤਿਨਹਿ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਵ ਕਰ ਤਿਨੀ ਤੁਧ ਪਾਰ ਉਤਾਰਿਆ। ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ। ਧਨ ਸੁ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ। ਸੱਚੇ ਪਾਤਸ਼ਾਹ ਮਹਾਰਾਜ ਜੀ, ਧੰਨ ਹੈ ਤੁਹਾਡਾ ਥਾਨ ਸ੍ਰੀ ਅੰਮ੍ਰਿਤਸਰ ਸਾਹਿਬ। ਧੰਨੋ ਤੁਸੀਂ, ਧੰਨ ਤੁਹਾਡੇ ਪਿਤਾ, ਧੰਨ ਤੁਹਾਡੀ ਕੁੱਲ, ਧੰਨ ਤੁਹਾਡੀ ਮਾਤਾ, ਜਿਨ੍ਹਾਂ ਨੇ ਐਸੇ ਅਵਤਾਰੀ ਮਹਾਪੁਰਸ਼ ਅਕਾਲ ਪੁਰਖ ਦੇ ਸੁੱਤ ਗੁਰੂ ਰਾਮਦਾਸ ਜੀ ਨੂੰ ਧਰਤੀ ਦੇ ਉੱਤੇ ਸਾਡੇ ਵਰਗੇ ਪਾਪੀ ਜੀਵਾਂ ਦਾ ਅਵਤਾਰ ਕਰਨ ਦੇ ਲਈ, ਉਧਾਰ ਕਰਨ ਦੇ ਲਈ ਭੇਜਿਆ ਹੈ। ਹੁਣ ਆਓ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮੰਗਲ ਸੁਣਦੇ ਹਾਂ। ਮੋਹ ਕੇ ਬਿਦਾਰ ਬੇ ਸੋ ਕੋ ਬਾਕ। ਪਹਿਲੀ ਪੰਕਤੀ ਦੁਬਾਰਾ।
कबित अर्जन सुनत सो दासन को दान देत। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਉਸਤਤ ਕਰਨ ਲੱਗੇ ਨੇ। ਪੰਜਵੀਂ ਪਾਤਸ਼ਾਹੀ। ਅੱਜ ਕਈ ਵਾਰੀ ਅਸੀਂ ਗੁਰਦੁਆਰੇ ਆਉਂਦੇ ਆ, ਸਾਨੂੰ ਇਸ ਮਨ ਚ ਗਿਲਟ ਹੁੰਦਾ ਵੀ ਮੈਨੂੰ ਤਾਂ ਗੁਰੂਆਂ ਦੇ ਨਾਂ ਨਹੀਂ ਯਾਦ। ਇਹਦੇ ਅੰਦਰ ਗਲਤੀ ਖਾਲਸਾ ਜੀ ਸਾਡੀ ਆਪਣੀ ਨਿੱਜੀ ਹੈ। ਜਦ ਅਸੀਂ ਇਤਿਹਾਸ ਨੂੰ ਸੁਣਾਂਗੇ ਨਹੀਂ, ਹੁਣ ਅਸੀਂ ਆਪਣੀ ਪੜ੍ਹਾਈ ਕੀਤੀ ਹੈ, ਕੋਈ ਵੀ ਪੜ੍ਹਾਈ ਅਸੀਂ ਕੀਤੀ ਹੈ, ਇੱਥੇ ਵੀ ਆ ਕੇ ਅਸੀਂ ਮਾਸਟਰਸ ਦੀ ਪੜ੍ਹਾਈ ਕਰ ਰਹੇ ਹਾਂ ਜਾਂ ਕੋਈ ਵੀ ਪੜ੍ਹਾਈ ਕਰ ਰਹੇ ਹਾਂ, ਉਸ ਨੂੰ ਪੜ੍ਹਨਾ ਪੈਂਦਾ ਤਾਂ ਹੀ ਉਹ ਪੜ੍ਹਾਈ ਆਉਂਦੀ ਹੈ ਨਾ। ਜੇ ਅੱਜ ਸਾਡੇ ਬੱਚਿਆਂ ਨੂੰ ਗੁਰੂਆਂ ਦੇ ਨਾਮ ਨਹੀਂ ਯਾਦ ਹੋ ਰਹੇ ਤੇ ਉਸ ਦੇ ਅੰਦਰ ਗਲਤੀ ਸਾਡੀ ਵੀ ਹੈ ਕਿ ਅਸੀਂ ਉਸ ਨੂੰ ਪੜ੍ਹ ਨਹੀਂ ਰਹੇ। ਹੁਣ ਅਸੀਂ ਇੱਥੇ ਇਤਿਹਾਸ ਸੁਣ ਰਹੇ ਹਾਂ ਗੁਰੂ ਰਾਮਦਾਸ ਜੀ ਦਾ, ਪਤਾ ਲੱਗਿਆ ਵੀ ਉਹ ਚੌਥੀ ਪਾਤਸ਼ਾਹੀ ਨੇ। ਹੁਣ ਗੁਰੂ ਅਰਜਨ ਦੇਵ ਜੀ ਦਾ ਚੱਲਿਆ ਪੰਜਵੀਂ ਪਾਤਸ਼ਾਹੀ ਨੇ। ਉਹ ਕਹਿੰਦੇ ਨੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ, ਅਰਜਨ ਸੁਨਤ ਸੋ ਦਾਸਨ ਕੋ ਦਾਨ ਦੇਤ ਮੋਹ ਕੇ ਬਿਦਾਰ ਬੇ। ਅਰਜਨ ਅਰਜ ਸੁਣਦੇ ਹੋ ਤੁਸੀਂ। ਅਰਜਨ ਦੇ ਕਈ ਅਰਥ ਕਰਨਗੇ ਭਾਈ ਕਵੀ ਸੰਤੋਖ ਸਿੰਘ ਜੀ। ਪਹਿਲਾ ਅਰਥ ਕੀਤਾ ਅਰਜਨ ਸੁਨਤ ਸੋ ਦਾਸਨ ਕੇ, ਤੁਸੀਂ ਦਾਸਾਂ ਦੀਆਂ ਅਰਜ਼ਾਂ ਸੁਣਦੇ ਹੋ। ਅਰਜਨ ਇਜ਼ ਪਲੀਡ ਸੁਣਨਾ, ਰਿਕੁਐਸਟ ਸੁਣਨਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੁਸੀਂ ਦਾਸਾਂ ਦੀ ਅਰਜ਼ਾਂ ਸੁਣਦੇ ਹੋ। ਮੋਹ ਕੇ ਬਿਦਾਰ ਬੇਕੁਬਾਕ ਸਰ ਅਰਜਨ। ਕਹਿੰਦੇ ਤੁਸੀਂ ਮੋਹ ਨੂੰ ਬਿਦਾਰਨ ਵਾਲੇ ਹੋ। ਕਿਸ ਤਰ੍ਹਾਂ? ਜਿਸ ਤਰ੍ਹਾਂ ਅਰਜਨ ਦੇ ਬਾਣ ਮਹਾਭਾਰਤ ਦੇ ਜੰਗ ਵਿੱਚ ਚੱਲਦੇ ਸੀਗੇ, ਅਚੂਕ ਬਾਣ ਸੀਗੇ ਅਰਜਨ ਦੇ। ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਾਕ ਵੀ ਅਚੂਕ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪੰਜਵੇਂ ਪਾਤਸ਼ਾਹ ਦੇ ਤਕਰੀਬਨ 675 ਅੰਗ ਮਹਾਰਾਜ ਦੀ ਬਾਣੀ ਹੈ, 1430 ਅੰਗਾਂ ਚੋਂ। ਬਹੁਤਾਤ ਬਾਣੀ ਪਾਤਸ਼ਾਹ ਦੀ ਹੈ। ਪੌਣੇ 700 ਅੰਗ ਪਾਤਸ਼ਾਹ ਦੇ ਆਪਣੇ ਰਸਨਾ ਤੋਂ ਉਚਾਰੇ ਨੇ, ਧੁਰਕੀ ਬਾਣੀ ਦੇ। ਸੋ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਬਚਨ ਨੇ, ਸੁਖਮਨੀ ਸਾਹਿਬ ਦੀ ਬਾਣੀ ਹੈ, 52 ਅੱਖਰੀ ਹੈ, ਬੇਅੰਤ ਬਾਣੀਆਂ ਪਾਤਸ਼ਾਹ ਦੀਆਂ ਨੇ। ਸ਼ਲੋਕ ਸੰਸਕ੍ਰਿਤੀ ਮਹੱਲਾ 5ਵਾਂ ਹੈ। ਉਹ ਬਾਣੀ ਜਿਹੜਾ ਵੀ ਪੜ੍ਹਦਾ ਹੈ, ਮਹਾਰਾਜ ਕਹਿੰਦੇ ਵੀ ਉਹਦੇ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਉਹਦੇ ਹਿਰਦੇ ਦੇ ਅੰਦਰੋਂ ਮੋਹ ਕੱਟਿਆ ਜਾਂਦਾ ਹੈ, ਪਾਪ ਦੂਰ ਹੋ ਜਾਣਗੇ, ਵਿਕਾਰ ਦੂਰ ਹੋ ਜਾਣਗੇ। ਅੱਜ ਸਾਰਿਆਂ ਦਾ ਕੁਐਸਚਨ ਹੈ, ਕੋਈ ਸਿਆਣਿਆਂ ਕੋਲ ਜਾ ਕੇ ਹੱਥ ਦਿਖਾਉਂਦਾ ਹੈ, ਮੇਰਾ ਦੁੱਖ ਨਹੀਂ ਦੂਰ ਹੋ ਰਿਹਾ। ਕੋਈ ਕਹਿੰਦਾ ਮੇਰਾ ਮਨ ਨਹੀਂ ਸ਼ਾਂਤ ਹੋ ਰਿਹਾ। ਕੋਈ ਕਹਿੰਦਾ ਮੇਰੇ ਮਾਤਾ ਪਿਤਾ ਸੁਖੀ ਵਸਣ। ਕੋਈ ਕਹਿੰਦਾ ਵੀ ਮੈਨੂੰ ਵਿੱਦਿਆ ਅੱਛੀ ਆ ਜਾਵੇ। ਕੋਈ ਚਾਹੁੰਦਾ ਹੈ ਕਿ ਮੈਨੂੰ ਧਨ ਦੀ ਪ੍ਰਾਪਤੀ ਹੋ ਜਾਵੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਬਹੁਤ ਸੌਖਾ ਤਰੀਕਾ ਹੈ ਉਸ ਨੂੰ ਪ੍ਰਾਪਤ ਕਰਨ ਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਹਿਰਦੇ ਦੇ ਅੰਦਰ ਧਿਆਇਆ ਕਰ। ਅਰਜੁਨ ਜਸ ਵਿਸ ਤੀਰਨ ਸੰਤੋਖ ਸਿੰਘ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜੋ ਜਸ ਹੈ, ਅਰਜੁਨ ਦਾ ਇੱਥੇ ਅਰਥ ਹੈ ਉੱਜਲ। ਅਰਜਨ ਦਾ ਇੱਕ ਅਰਥ ਉੱਜਲ ਵੀ ਹੁੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਤੁਹਾਡਾ ਜਸ ਬਹੁਤ ਉੱਜਲ ਹੈ, ਪਵਿੱਤਰ ਹੈ, ਸਵੇਤ ਹੈ, ਸਫੇਦ ਹੈ। ਉਹ ਜਿਹੜਾ ਜਸ ਹੈ, ਪਵਿੱਤਰ ਹੈ, ਉਹ ਸਾਰੇ ਜਗ ਦੇ ਉੱਤੇ ਵਿਸਤਰਤ ਹੈ, ਫੈਲਿਆ ਹੋਇਆ ਹੈ। ਜਹਾਂ ਕਹਾਂ ਜਾਨੀਅਤ ਮਾਨੋ ਤਰ ਅਰਜਨ। ਸੱਚੇ ਪਾਤਸ਼ਾਹ ਧਰਤੀ ਦੇ ਉੱਤੇ ਕਿੱਥੇ ਵੀ ਚਲੇ ਜਾਈਏ, ਕਲਪ ਵ੍ਰਿਕਸ਼ ਸਾਰਿਆਂ ਨੂੰ ਪਤਾ ਹੈ। ਇੱਥੇ ਅਰਜਨ ਦਾ ਅਰਥ ਹੈ ਕਲਪ ਵ੍ਰਿਕਸ਼। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਅਗਲਾ ਅਰਥ ਕਰ ਰਹੇ ਨੇ ਅਰਜਨ ਦਾ। ਕਹਿੰਦੇ ਜਿਸ ਤਰ੍ਹਾਂ ਕਲਪ ਵ੍ਰਿਕਸ਼ ਨੂੰ ਸਾਰੇ ਜਾਣਦੇ ਨੇ ਜੋ ਇੱਛਾਵਾਂ ਦੀ ਪੂਰਤੀ ਕਰਦਾ ਹੈ, ਉਸੇ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਤੁਹਾਨੂੰ ਵੀ ਸਾਰਾ ਸੰਸਾਰ ਜਾਣਦਾ ਹੈ। ਅਰਜਨ ਭਏ ਗਨ ਮੁਖ ਪਦ ਲਏ ਤਿਨ। ਜਿਨ੍ਹਾਂ ਨੇ ਮੁਕਤੀ ਦੀ ਪ੍ਰਾਪਤੀ ਕਰਨੀ ਹੈ, ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਰਨ ਲੈ ਲਵੇ। ਸ਼ਾਮ ਕਨ ਤਨ ਹੋਏ ਤੇਰੋ ਜਮ ਲਾਰ ਜਨ। ਆਹਾ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਇੱਕ ਹੋਰ ਉਦਾਹਰਣ ਦਿੰਦੇ ਨੇ। ਕਹਿੰਦੇ ਮਈਆ ਯਸ਼ੋਦਾ ਨੇ ਭਗਵਾਨ ਕ੍ਰਿਸ਼ਨ ਨੂੰ ਛੋਟੇ ਹੁੰਦੇ ਹੋਏ ਜਦੋਂ ਉਹਨਾਂ ਨੇ ਮੱਖਣ ਚੋਰੀ ਕਰਕੇ ਖਾਇਆ ਨਾ, ਤੇ ਮਾਤਾ ਨੇ ਕਿਹਾ ਵੀ ਤੂੰ ਰੋਜ਼ ਮੱਖਣ ਚੋਰੀ ਕਰਕੇ ਖਾਣਾ ਹੈ। ਤੇ ਮਾਤਾ ਨੇ ਉਹਨਾਂ ਨੂੰ ਨਾ ਇੱਕ ਵੱਡੀ ਔਲਖ ਦੇ ਨਾਲ ਬੰਨ੍ਹਤਾ। ਔਲਖ ਸਮਝਦੇ ਹੋ ਤੁਸੀਂ ਸਾਰੇ, ਡਮਰੂ ਦੀ ਤਰ੍ਹਾਂ ਸ਼ੇਪ ਹੁੰਦੀ ਹੈ ਉਹਦੀ। ਤੇ ਭਗਵਾਨ ਕ੍ਰਿਸ਼ਨ ਦੇ ਢਿੱਡ ਦੇ ਉੱਤੇ ਬੰਨ੍ਹਤਾ ਨਾ ਜਦੋਂ, ਤੇ ਮਾਤਾ ਨੇ ਕਿਹਾ ਵੀ ਹੁਣ ਤੈਨੂੰ 2 ਵ੍ਰਿਖ ਲੱਗੇ ਸੀ ਘਰ, 2 ਪੇੜ ਸੀਗੇ, ਤੇ ਉਸ ਵ੍ਰਿਖ ਦਾ ਨਾਮ ਵੀ ਅਰਜਨ ਸੀ, ਜਿਹੜਾ ਉਹ ਵ੍ਰਿਖ ਸੀ। ਤੇ ਜਦੋਂ ਮਾਤਾ ਨੇ ਢਿੱਡ ਦੇ ਨਾਲ ਰੱਸੀ ਬੰਨ੍ਹ ਕੇ, ਉਹ ਔਲਖ ਦੇ ਨਾਲ ਬੰਨ੍ਹ ਕੇ ਪੇੜ ਦੇ ਦੁਆਲੇ ਬੰਨ੍ਹ ਦਿੱਤਾ ਵੀ ਨਾ ਜਾ ਪਾਣ। ਭਗਵਾਨ ਕ੍ਰਿਸ਼ਨ ਦੀ ਉਮਰ ਸੀ 5 ਸਾਲ ਦੀ। ਉਹ ਬਲ ਤਾਂ ਪੂਰਾ ਸੀ, ਅਵਤਾਰ ਸੀਗੇ ਦੁਆਪਰ ਯੁੱਗ ਦੇ। ਭਗਵਾਨ ਕ੍ਰਿਸ਼ਨ ਨੇ ਜ਼ੋਰ ਲਾਇਆ ਤੇ ਉਹ ਜਿਹੜੇ ਦੋਨੋਂ ਪੇੜ ਸੀ ਧੜਾਮ ਕਰਕੇ ਥੱਲੇ ਗਿਰ ਗਏ। ਤੇ ਉਸ ਦੋਨੋਂ ਪੇੜਾਂ ਚੋਂ 2 ਦੇਵਤੇ ਨਿਕਲੇ ਤੇ ਸੱਚਖੰਡ ਨੂੰ ਚਲੇ ਗਏ। ਤੇ ਉੱਥੇ 33 ਕਰੋੜ ਦੇਵੀ ਦੇਵਤੇ ਪ੍ਰਗਟ ਹੋਏ।
ਤੇ ਨਾਰਦ ਮੁਨੀ ਨੇ ਪੁੱਛਿਆ, ਭਗਵਾਨ ਇਹ ਕੌਣ ਨੇ ਜਿਨ੍ਹਾਂ ਨੂੰ ਤੁਸੀਂ ਤਾਰਿਆ ਹੈ? ਸਾਰੀ ਸ੍ਰਿਸ਼ਟੀ ਦੇ ਉੱਤੇ ਤੁਸੀਂ ਮਾਇਆ ਦਾ ਪਰਦਾ ਪਾ ਦਿੰਦੇ ਹੋ ਤੇ ਤੁਸੀਂ ਇਹਨਾਂ ਨੂੰ ਤਾਰਤਾ, ਕੌਣ ਨੇ? ਤੇ ਨਾਰਦ ਮੁਨੀ ਨੂੰ ਭਗਵਾਨ ਕ੍ਰਿਸ਼ਨ ਕਹਿੰਦੇ, ਇਹ ਜੁਮਲਾਰਜਨ, ਇਹ 2 ਰਿਸ਼ੀ ਸੀਗੇ ਕੁਬੇਰ ਦੇ ਪੁੱਤਰ। ਕੁਬੇਰ ਦੇ ਪੁੱਤਰਾਂ ਨੇ ਇੱਕ ਵਾਰੀ ਤੁਹਾਨੂੰ ਹੀ ਖਿਜਾਇਆ ਸੀਗਾ, ਜਲ ਦੇ ਅੰਦਰ ਨਹਾ ਰਹੇ ਸੀਗੇ ਤੇ ਨਗਨ ਹੋ ਕੇ ਨਹਾ ਕੇ ਰਿਸ਼ੀ ਨੂੰ ਖਿਜਾਣ ਲੱਗ ਪਏ। ਰਿਸ਼ੀ ਨੂੰ ਖਿਜਾਣ ਕਰਕੇ ਉਹਨੇ ਸ਼ਰਾਪ ਦਿੱਤਾ, ਜੜ ਬਣ ਜਾਓ। ਅਗਲੇ ਜਨਮ ਦੇ ਅੰਦਰ ਉਹਨਾਂ ਨੇ ਆਪਣੀ ਉੱਥੇ ਗਲਤੀ ਮੰਨੀ ਵੀ ਅਸੀਂ ਰਿਸ਼ੀ ਮੁਨੀ ਜੀ ਨੂੰ ਨਗਨ ਅਵਸਥਾ ਦੇ ਅੰਦਰ ਛੇੜਿਆ ਤੇ ਗਲਤੀ ਕਰੀ ਹੈ। ਤੇ ਕਿਹਾ, ਭਗਵਾਨ ਨਾਰਦ ਮੁਨੀ ਜੀ ਸਾਡਾ ਉਧਾਰ ਕਿਸ ਤਰ੍ਹਾਂ ਹੋਵੇਗਾ? ਕਹਿੰਦੇ, ਦੁਆਪਰ ਦੇ ਅੰਦਰ ਭਗਵਾਨ ਕ੍ਰਿਸ਼ਨ ਦੇ ਘਰ ਵ੍ਰਿਖ ਬਣ ਕੇ ਜੰਮੋਗੇ, ਜਦੋਂ ਭਗਵਾਨ ਬਾਲ ਕੌਤਕ ਕਰਨਗੇ ਤੁਹਾਡਾ ਉਧਾਰ ਹੋ ਜਾਵੇਗਾ। ਉਹ ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਆਪਣੇ ਕਵਿਤ ਦੇ ਅੰਦਰ, ਦੁਬਾਰਾ ਪੜੋ ਜੀ ਪੰਕਤੀ। ਭਾਏ ਗਨ ਕਨ ਤਨ ਹੋਏ ਤੇਰੋ ਜਮਲਾਰਜਨ। ਕਹਿੰਦੇ ਜਿਵੇਂ ਜਮਲਾਰਜਨ ਨੂੰ ਤਾਰ ਦਿੱਤਾ ਸੀਗਾ, ਦੋਨੋਂ ਵ੍ਰਿਖ ਗੇਰ ਕੇ ਸੱਚਖੰਡ ਭੇਜ ਦਿੱਤਾ ਸੀ ਗੁਰੂ ਅਰਜਨ ਦੇਵ ਮਹਾਰਾਜ, ਅਸੀਂ ਵੀ ਕਈ ਜਨਮਾਂ ਦੇ ਫਸੇ ਹੋਏ ਆ, ਸਾਨੂੰ ਵੀ ਕਿਰਪਾ ਕਰਕੇ ਤਾਰ ਦਵੋ। ਅਰਜ ਨ ਜਾਣਿਓ ਜਾਏ ਕੇਤੋ ਹੈ ਬਿਥਾਰ ਤੇਰੋ। ਸੱਚੇ ਪਾਤਸ਼ਾਹ ਕੋਈ ਜਾਣ ਨਹੀਂ ਸਕਦਾ ਤੁਹਾਡਾ ਵਿਸਥਾਰ ਕਿੰਨਾ ਧਰਤੀ ਦੇ ਉੱਤੇ। ਹੁਣ ਸਮਾਂ ਨਹੀਂ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅੱਗੇ ਇਤਿਹਾਸ ਆਣਾ ਹੈ, ਭਾਈ ਤ੍ਰਿਲੋਕੇ ਦਾ, ਜਿਸ ਨੇ ਮਹਾਰਾਜ ਨੂੰ ਯਾਦ ਕਰਨਾ ਹੈ। ਸਭਾ ਦੇ ਅੰਦਰ ਤੁਰਕਾਂ ਦੀ ਪਾਤਸ਼ਾਹ ਨੇ ਉਹਦੀ ਪੱਤ ਰੱਖਣੀ ਹੈ। ਮਹਾਰਾਜ ਜੀ ਨੇ ਕਿੰਨਿਆਂ ਦੀ ਅਰਜ਼ਾਂ ਨੂੰ ਜਾਣ ਕੇ ਕਿੰਨਿਆਂ ਦਾ ਉਧਾਰ ਕੀਤਾ, ਉਹਨਾਂ ਦਾ ਵਿਸਥਾਰ ਧਰਤੀ ਦੇ ਉੱਤੇ ਹੈ। ਅਸਰੂਪ ਧਾਰ ਆਏ ਰਾਜਾ ਗੁਰ ਅਰਜਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਰਾਜਿਆਂ ਦਾ ਰੂਪ ਧਾਰਨ ਕਰਕੇ ਆਏ ਹੋ। ਇਹ ਭੂਪਤ ਸਭ ਦਿਵਸ ਚਾਰ ਕੇ, ਇਹ ਰਾਜੇ ਤਾਂ ਝੂਠੇ ਨੇ, ਪਰ ਸੱਚੇ ਪਾਤਸ਼ਾਹ ਜਿਹੜੇ ਤੁਸੀਂ ਰਾਜੇ ਹੋ, ਤੁਹਾਡੀ ਕੋਈ ਰੀਸ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਦੇ ਬਾਰੇ ਬਾਣੀ ਦੇ ਅੰਦਰ ਲਿਖਿਆ, ਚਾਰੇ ਜਾਗਹਿ ਚੌਹ ਜੁਗੀ ਪੰਚਾਇਣ ਆਪੇ ਹੋਆ, ਆਪੀ ਨੇ ਆਪ ਸਾਜਿਓ ਆਪੇ ਹੀ ਥੰਮ ਖਲੋਆ, ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਰੋਆ, ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖੀਵੈ ਚੰਦੋਆ, ਔਗਣੋ ਤੇ ਅਥਾਵਣੋ ਚੋਹ ਚੱਕੀ ਕੀਨ ਲੋਆ, ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਆ। ਜਿਨ੍ਹਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਪੂਰਬ ਤੋਂ ਲੈ ਕੇ ਪੱਛਮ ਤੱਕ ਤੁਹਾਡਾ ਜਸ ਫੈਲਿਆ ਹੋਇਆ। ਤੇ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਪਾਤਸ਼ਾਹ ਦਾ ਮੰਗਲ ਕਰਦੇ ਹੋਏ ਇੱਥੇ ਤੱਕ ਮਹਾਰਾਜ ਦੀ ਉਸਤਤ ਕੀਤੀ ਹੈ। ਇਹ ਦਾਸ ਦੇ ਸ਼ਬਦਾਂ ਦਾ ਅੰਤ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸਤਤ ਦਾ ਅੰਤ ਕੋਈ ਵੀ ਧਰਤੀ ਦੇ ਉੱਤੇ ਨਹੀਂ ਕਰ ਸਕਦਾ। ਪਾਤਸ਼ਾਹ ਦੀ ਉਸਤਤ ਬੇਅੰਤ 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 ਹੈ। ਇੰਨੇ ਕੋ ਬਚਨ ਪ੍ਰਵਾਨ ਕਰਨੇ ਜੀ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣਨਾਥ ਨਾ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ ਮੋਹਿ ਮਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਫਾਹੇ ਕਾਟੇ ਮਿਟੇ ਗਵਨ ਫਤਿਹ ਪਈ ਮਨ ਜੀਤ। ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।